ਏਜੰਸੀ ਦੀ ਜੈਮਸੀ ਦੀ। ਅੱਛਾ ਪਤਾ ਜੀ ਆਪਾਂ ਜੀ 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 ਜੀ। ਪਿੱਛੇ ਇੱਕ ਸਟੱਡੀ ਕਰ ਚੁੱਕੇ ਹੈਗੇ ਆ ਜਿਹੜੇ ਰੈਵੋਲੂਸ਼ਨਲ ਗਿਫਟ ਜਿਹੜੇ ਮੁਕਾਸ਼ਵਾ ਜਾਂ ਮੁਕਾਸ਼ਵਾਤੀ। ਮੁਕਾਸ਼ਵਾਤੀ ਜਿਹੜੀ ਗਿਫਟ ਜਿਹੜੇ ਹੈਗੇ ਆ ਤੇ ਜੀ ਉਹਦੇ ਵਿੱਚ ਆਪਾਂ ਦੇਖਿਆ ਸੀਗਾ ਡਿਸਰਨਿੰਗ ਆਫ ਸਪਿਰਿਟ ਮਤਲਬ ਆਤਮਾਵਾਂ ਦੇ ਪਹਿਚਾਣ ਦੀ ਜੀ ਜੀ। ਆਤਮਾ ਹੁੰਦੇ ਹਾਂਜੀ ਉਹ ਡਿਸਰਨਿੰਗ ਆਫ ਸਪਿਰਿਟ ਆਤਮਾ ਹਾਂ, ਕਿਉਂਕਿ ਇਹ ਇਨਸਾਨ ਵੱਲੋਂ ਹੈ, ਹਾਂ ਇਹ ਖੁਦਾ ਵੱਲੋਂ ਹੈ ਜਾਂ ਸ਼ੈਤਾਨ ਵੱਲੋਂ। ਸ਼ੈਤਾਨ ਉਹਦੇ 'ਚ ਮੇਰੇ ਖਿਆਲ ਅਸੀਂ ਦੇਖਿਆ ਕਿ ਰੂਹਾਂ ਦੇ 3 ਰੁੱਖ ਨੇ। ਹਾਂਜੀ ਪਰਮੇਸ਼ਵਰ ਵੱਲੋਂ ਪਵਿੱਤਰ ਆਤਮਾ ਹੈ, ਹਾਂਜੀ ਸ਼ੈਤਾਨ ਦੀ ਰੂਹ ਜਾਂ ਉਹਦੀਆਂ ਭੈੜੀ ਆਤਮਾਵਾਂ ਪੁੱਛਾਂ ਦੇਣ ਵਾਲੀਆਂ, ਹਾਂ ਇਨਸਾਨ ਦੀ ਜਿਹੜੀ ਆਪਣੀ ਖਾਹਿਸ਼ ਹਾਂ, ਹੁੰਦੀ ਹੈ ਖਾਹਿਸ਼ ਉਹ। ਹੁੰਦੀ ਤੇ ਇਹ ਗਿਫਟ ਇਹ ਦੱਸਦਾ ਹੈ ਕਿ ਇਹ ਕਿਹਦੇ ਵੱਲੋਂ ਹੈ। ਹਾਂ ਇਹ ਦੱਸਦਾ ਹੈ ਇਹ ਕਿਹਦੇ ਵੱਲੋਂ ਹੈਗਾ ਤੇ ਜਿਹੜਾ ਓਕੇ ਜਿਹੜਾ ਮਤਲਬ ਇਹ ਆਪਣੇ ਪਤਾ ਲੱਗ ਜਾਂਦਾ ਵੀ ਇਹ ਰੱਬ ਵੱਲੋਂ ਆ ਗਿਆ ਇਹ ਰੱਬ ਵੱਲੋਂ ਜਿਹੜਾ ਹੋਏਗਾ ਪਵਿੱਤਰ ਆਤਮਾ ਵੱਲੋਂ ਦੇ ਜ਼ਰੀਏ ਹੋਏਗਾ ਤੇ ਜਾਂ ਫਿਰ ਸ਼ੈਤਾਨ ਵੱਲੋਂ ਹੈਗਾ ਜਾਂ ਸਾਡੀ ਆਪਣੀ ਸੋਚ ਹੈਗੀ ਹੈ ਤੇ ਇਹ ਸਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਜੀ ਇੱਕ ਇਨਸਾਨ ਨੂੰ ਕਿਸ ਤਰ੍ਹਾਂ ਪਤਾ ਲੱਗੇ ਵੀ ਇਹ ਰੱਬ ਵੱਲੋਂ ਹੈ ਇਹ ਰੱਬ ਵੱਲੋਂ ਨਹੀਂ ਇਹ ਸ਼ੈਤਾਨ ਵੱਲੋਂ ਹੈ ਤਾਂ ਆਪਣੇ ਮਨ ਦੇ ਵਿੱਚ ਸਿਰਫ ਸੋਚ ਹੀ ਆਉਣੀ ਹੈਗੀ ਆ ਇਹ ਮਨ ਵੱਲੋਂ ਇਹ ਰੱਬ ਵੱਲੋਂ ਆ ਨਹੀਂ ਇਹ ਸ਼ੈਤਾਨ ਵੱਲੋਂ ਆ ਨਹੀਂ ਇਹ ਆਪਣੀ ਆ ਜਾਂ ਕਿਤੇ ਹੋਰ ਵੀ ਬੰਦਾ ਕਿਤੇ ਲੱਭ ਸਕਦਾ ਵਚਨ ਦੇ ਵਿੱਚੋਂ ਗਾਈਡੈਂਸ ਮਿਲ ਸਕਦੀ ਹੈ ਇਹਦੇ ਬਾਰੇ। ਸਹੀ, ਠੀਕ ਹੈ ਜੀ। ਹਾਲੇਲੂਇਆ। ਦੇਖੋ ਜੀ, ਜਿੱਥੇ ਤੱਕ ਪਵਿੱਤਰ ਆਤਮਾ ਦੀ ਗੱਲ ਹੈ, ਹੁਣ ਇੱਕ ਇੱਕ ਰੂਹ ਨੂੰ ਫੜ ਲਓ। ਜਿੱਥੇ ਤੱਕ ਪਵਿੱਤਰ ਆਤਮਾ ਦੀ ਗੱਲ ਹੈ ਉਹ ਅਸੀਂ ਜਿੰਜ ਐਗਜ਼ਾਮਪਲ ਦਿੱਤੀ ਉਹਨੂੰ ਫੜ ਲੈਂਦੇ ਹਾਂ। ਚੇਲਿਆਂ ਦੇ ਕਰਤੱਵ 10 ਦੇ ਵਿੱਚ ਪਤਰਸ ਰਸੂਲ ਤੇ ਯਾਫਾ ਇੱਕ ਜਗ੍ਹਾ ਹੈਗੀ ਹੈ। ਉਹਦੇ 'ਚ ਕਿਸੇ ਘਰ ਦੇ ਕੋਠੇ ਛੱਤ ਉੱਤੇ ਥੋੜ੍ਹਾ ਜਿਹਾ ਨੀਂਦ 'ਚ ਹੀ ਸੁੱਤਾ ਸੀ, ਜਾਗ ਰਿਹਾ ਸੀ। ਯਾਨੀ ਵਿਜ਼ਨ ਉਹ ਹੁੰਦਾ ਹੈ, ਨਾ ਬੰਦਾ ਸੋ ਰਿਹਾ ਹੁੰਦਾ ਨਾ ਸੁਪਨਾ ਦੇਖ ਰਿਹਾ ਹੁੰਦਾ ਤੇ ਨਾ ਜਾਗ ਰਿਹਾ ਹੁੰਦਾ, ਇਨ ਬਿਟਵੀਨ ਇੱਕ ਐਸੀ ਕੰਡੀਸ਼ਨ ਹੁੰਦੀ ਹੈ। ਤੇ ਉੱਥੇ ਕੋਠੇ 'ਤੇ ਸੁੱਤਾ ਸੀ ਤੇ ਉੱਥੇ ਉਹਨੂੰ ਭੁੱਖ ਲੱਗ ਗਈ। ਹੁਣ ਭੁੱਖ ਨੂੰ ਮਹਿਸੂਸ ਹੋਈ ਤੇ ਉਹਦੇ ਅੱਗੇ ਇੱਕ ਚਾਦਰ ਆ ਗਈ, ਸ਼ੀਟ ਆ ਗਈ, ਉਹਦੇ 'ਤੇ ਅਸ਼ੁੱਧ ਜਾਨਵਰ ਸਨ। ਲੇਵੀਆਂ ਲਿਵਿਟਿਕਸ 11 ਦੇ ਵਿੱਚ ਇਹ ਸ਼ੁੱਧ ਤੇ ਅਸ਼ੁੱਧ ਜਾਨਵਰਾਂ ਦੀ ਤੇ ਹਰ ਚੀਜ਼ ਦੇ ਮੁਤਲਕ ਦੱਸਿਆ। ਠੀਕ ਹੈ, ਇਹ ਬਾਰ 11 ਚੈਪਟਰ। ਉਹ ਜਦੋਂ ਚਾਦਰ ਆਈ ਤੇ ਉਹਨੇ ਦਰਸ਼ਨ ਵਿੱਚ ਵੇਖਿਆ, ਵਿਜ਼ਨ ਵਿੱਚ ਵੇਖਿਆ ਕਿ ਉਹਨੂੰ ਕਿਹਾ ਜਾ ਰਿਹਾ ਹੈ ਪਤਰਸ ਇਹਦੇ ਵਿੱਚੋਂ ਖਾ ਲੈ। ਉਹ ਕਹਿਣ ਲੱਗਾ, ਉਹ ਤੇ ਜਿਊਸ ਸੀਗਾ, ਉਹਨੂੰ ਪਤਾ ਸੀ। ਉਹ ਕਹਿਣ ਲੱਗਾ ਜੀ ਪਰਮੇਸ਼ਵਰ ਜੀ ਇਹ ਮੈਂ ਕਿੰਝ ਖਾ ਸਕਣਾ, ਇਹ ਤੇ ਅਸ਼ੁੱਧ ਨੇ। ਤੇ ਉਹਨੇ ਕਿਹਾ ਕਿ ਉਹ ਜਿਹੜੀ ਚੀਜ਼ ਮੈਂ ਬਣਾਈ ਏ ਉਹ ਸਾਰੀ ਚੰਗੀਆਂ ਨੇ। ਅੱਛਾ, ਆ ਗਈ ਗੱਲ। ਇੰਨੀ ਦੇਰ ਨੂੰ ਪਰਮੇਸ਼ਵਰ ਨੇ ਕਿਹਾ, ਪਵਿੱਤਰ ਆਤਮਾ ਨੇ ਉਹਨੂੰ ਕਿਹਾ ਗੱਲ ਸੁਣ, ਉਹ ਕੁਝ ਲੋਕ ਆ ਰਹੇ ਨੇ ਤੇਰੇ ਕੋਲ, ਉਹ ਸਨ ਜੈਂਟਾਈਲ, ਗੈਰ ਕੌਮਾਂ। ਇਹ ਤੇ ਉਹਨਾਂ ਨੂੰ ਕੁੱਤੇ ਸਮਝਦੇ ਸਨ। ਇਹਨਾਂ ਦਾ ਉਹਨਾਂ ਨਾਲ ਤਲਕ ਨਹੀਂ ਸੀ, ਅਸ਼ੁੱਧ ਸਮਝਦੇ ਸਨ। ਤੇ ਗੱਲ ਪਵਿੱਤਰ ਆਤਮਾ ਵੱਲੋਂ ਇਹ ਗਿਫਟ ਆਪਰੇਟ ਹੋ ਰਿਹਾ ਹੈ ਕਿ ਉਹਨੂੰ ਦੱਸਿਆ ਜਾਂਦਾ ਹੈ ਕਿ ਪਤਰਸ, ਉਹ ਲੋਕ ਜਿਹੜੇ ਆ ਰਹੇ ਨੇ ਨਾ, ਚੁੱਪ ਕਰਕੇ ਟੁੱਟ ਜਾਈਂ, ਕਿਉਂਕਿ ਜਿਹੜੀ ਚਾਦਰ ਹੈ ਇਹ ਉਹ ਲੋਕ ਜਿਨ੍ਹਾਂ ਨੂੰ ਤੁਸੀਂ ਅਸ਼ੁੱਧ ਸਮਝਦੇ ਹੋ, ਹੁਣ ਤੈਨੂੰ ਉਹਨਾਂ 'ਚ ਜਾਣਾ ਪੈਣਾ। ਹੁਣ ਦੇਖੋ, ਪਵਿੱਤਰ ਆਤਮਾ ਕਨਫਰਮ ਕਰ ਰਿਹਾ। ਔਰ ਫਿਰ ਕੀ ਹੋਇਆ, ਇੰਨੀ ਦੇਰ ਨੂੰ ਉਹ ਜਿਹੜੇ ਕੁਰਨੀਲੀਅਸ ਨੂੰ ਪਰਮੇਸ਼ਵਰ ਦੇ ਦੂਤ ਨੇ ਕਿਹਾ ਸੀ ਕਿ ਕੁਝ ਬੰਦੇ ਘੱਲਦੇ ਉੱਥੇ ਹੀ ਪਤਰਸ। ਦੇਖੋ ਨਾ, ਪਾਕ ਰੂਹ ਜਦੋਂ ਕੋਈ ਗੱਲ ਕਰਦਾ ਸਾਰਿਆਂ ਨੂੰ ਟਿਊਨ ਕਰਦਾ। ਠੀਕ ਹੈ, ਹੁਣ ਪਾਕ ਰੂਹ ਦੀ ਗੱਲ ਕਰ ਰਹੇ ਹਾਂ। ਉਹ ਫਿਰ ਕੀ ਹੋਇਆ, ਜਦੋਂ ਬੰਦੇ ਆਏ ਉਹਨਾਂ ਨੌਕ ਕੀਤਾ। ਇਹ ਫਿਰ ਪਤਰਸ ਨੂੰ ਤੇ ਪਹਿਲੇ ਹੀ ਪਤਾ ਸੀ, ਪਾਕ ਰੂਹ ਨੇ ਦੱਸਿਆ ਸੀ। ਤੇ ਪਤਰਸ ਨੇ ਹੋਰ ਨਾਲ 5 ਯਹੂਦੀ ਕ੍ਰਿਸਚਨ, ਜਿਹੜੇ ਜਿਊਸ ਤੋਂ ਕ੍ਰਿਸਚਨ, ਉਹ ਲੈ ਕੇ ਇਹਨਾਂ ਦੇ ਘਰ ਟੁਰ ਗਏ। ਚੇਲਿਆਂ ਦੇ ਕਰਤੱਵ ਦੇ ਵਿੱਚ ਉਹ ਵਾਕਿਆ ਹੈ। ਸੋ ਪਤਰਸ ਨੇ ਕੁਰਨੀਲੀਅਸ ਦੇ ਘਰ ਜਾਂ ਕੁਰਨੀਲੀਅਸ ਵਿੱਚ ਪਵਿੱਤਰ ਆਤਮਾ ਦੇ ਕੰਮ ਨੂੰ ਵੇਖ ਲਿਆ। ਕਨਫਰਮੇਸ਼ਨ ਹੋ ਗਈ। ਉਹਨੇ ਉਹਨੂੰ ਦੱਸਿਆ ਆ ਗੱਲ ਇਸ ਤਰ੍ਹਾਂ। ਠੀਕ ਹੈ,
ਠੀਕ ਹੈ, ਉਧਰ ਵੀ ਕਨਫਰਮ ਕਰ ਦਿੱਤਾ। ਸੋ ਇਹ ਤੇ ਅਸੀਂ ਕਹਿ ਸਕਦੇ ਹਾਂ ਕਿ ਜਦੋਂ ਵੀ ਇਹ ਡਿਸਰਨ ਕਰਨਾ ਹੁੰਦਾ ਹੈ ਤੇ ਇਹ ਉਹ ਗਿਫਟ ਨੇ, ਗੁਪਤ ਗਿਫਟ ਨੇ, ਰੈਵੋਲੇਸ਼ਨਲ ਗਿਫਟਸ ਨੇ, ਜਿਨ੍ਹਾਂ 'ਚ ਸਿਰਫ ਇੱਕ ਹੀ ਅਸੀਂ ਦੇਖ ਰਹੇ ਹਾਂ, ਆਤਮਾਵਾਂ ਦੇ ਭੇਤ ਦੇ ਲਈ। ਫਰਜ਼ ਕੀਤਾ ਕਿ ਕੋਈ ਬੰਦਾ ਕਿਸੇ ਦੇ ਮੀਟਿੰਗ ਵਿੱਚ ਜਾਂ ਕਿਸੇ ਜਗ੍ਹਾ ਬੈਠਾ ਹੈ, ਉਹਦੇ ਅੰਦਰ ਇਹ ਗਿਫਟ ਆਪਰੇਟ ਹੋ ਰਹੇ ਹੁੰਦੇ ਨੇ। ਹੁਣ ਅੰਦਰੋਂ ਤੇ ਪਾਕ ਰੂਹ ਦੱਸ ਰਿਹਾ ਹੁੰਦਾ ਨਾ, ਲੇਕਿਨ ਸ਼ੈਤਾਨ ਦੇ ਵੀ ਲੋਕ ਜਿਹੜੇ ਨੇ ਉਹ ਵੀ ਅਗਰ ਉਹਦੇ ਬੈਠੇ ਦੇ ਨੇ ਤੇ ਹੁਣ ਉਹ ਵੀ ਗੱਲ ਕਰਨਗੇ। ਮੈਂ ਗੱਲ ਕਰ ਰਹਾ। ਸੋ ਮਤਲਬ ਇਹ ਹੋ ਗਿਆ ਕਿ ਪਵਿੱਤਰ ਆਤਮਾ ਇਹ ਇੱਕ ਐਸੀ ਐਬਿਲਿਟੀ ਹੈ ਜਿਹੜੀ ਤੁਹਾਡੇ 'ਚ ਪਾ ਦੇਗਾ ਔਰ ਤੁਸੀਂ ਸਮਝ ਜਾਓਗੇ ਯਾਰ ਇਹ ਬੰਦਾ ਠੀਕ ਨਹੀਂ, ਠੀਕ ਹੈ, ਇਹ ਰੱਬ ਵੱਲੋਂ ਨਹੀਂ ਹੈ। ਹਾਂਜੀ, ਤੇ ਇਹਦੇ ਵਿੱਚ ਜੀ ਫਿਰ ਬਹੁਤ ਖਿਆਲ ਰੱਖਣਾ ਹੋ ਸਕਦਾ ਬਹੁਤ ਇਹਦੇ ਵਿੱਚ, ਕਿਉਂਕਿ ਇਹ ਤਿੰਨ ਆਪਾਂ ਤੁਸੀਂ ਕਹਿ ਸਕੋ ਨਾ, ਪਵਿੱਤਰ ਆਤਮਾ ਵੱਲੋਂ, ਸ਼ੈਤਾਨ ਵੱਲੋਂ ਤੇ ਇਨਸਾਨ ਦੀ ਆਪਣੇ ਵੱਲੋਂ। ਤੇ ਹੋ ਸਕਦਾ ਬੰਦੇ ਦੇ ਮਨ ਵਿੱਚ ਪਹਿਲਾਂ ਹੀ ਕੁਛ ਹੋਵੇ, ਇਹ ਬੰਦਾ ਕਿਸ ਤਰ੍ਹਾਂ ਦਾ ਹੈਗਾ ਆ ਮਨ ਦੇ ਵਿੱਚ, ਜਾਂ ਕੁਛ ਉਹਦੀ ਆਪਣੀ ਸੋਚ ਦੇ ਨਾਲ ਵੀ ਕੁਛ ਉਹਨੂੰ ਕਿਸ ਤਰੀਕੇ ਦੇ ਨਾਲ ਜੱਜ ਕਰਕੇ ਬੈਠਾ ਹੋਵੇ, ਤੇ ਵਿੱਚ ਉਹ ਸੋਚ ਮਿਕਸ ਕਰਕੇ ਬੰਦਾ ਕਹਿ ਸਕਦਾ ਹੈਗਾ। ਹਾਂ, ਇਹਦੇ ਕੁਛ ਇਹ ਬਹੁਤ ਧਿਆਨ ਰੱਖਣਾ, ਬੜਾ ਸੈਂਸਿਟਿਵ, ਬਾਰੀਕ ਜੀ ਲਾਈਨ ਹੈ। ਅੱਛਾ, ਹੁਣ ਉਹਦੇ ਲਈ ਇਹ ਹੋ ਸਕਦਾ ਹੈ ਕਿ ਅਸੀਂ ਇਨਸਾਨੀ ਸੋਚ ਨਾਲ, ਜਿਹੜਾ ਪਰਮੇਸ਼ਵਰ ਦਾ ਬੰਦਾ ਹੈ, ਉਹ ਗੱਲਾਂ ਗੱਲਾਂ 'ਚ ਵਹਿੰਦਾ ਹੈ ਇਹਦਾ ਫੇਥ ਸਟੇਟਮੈਂਟ ਕੀ ਹੈ, ਇਹਦਾ ਈਮਾਨ ਕੀ ਹੈ, ਇਹ ਕੀ ਇਹਦਾ ਈਮਾਨ ਹੈ। ਗੱਲਾਂ 'ਚ ਹੀ ਪ੍ਰਭੂ ਯਿਸੂ ਦੀਆਂ ਗੱਲਾਂ ਹੋ ਰਹੀਆਂ ਨੇ ਜਾਂ ਨਹੀਂ ਵੀ ਹੋ ਰਹੀਆਂ, ਉਹ ਪਵਿੱਤਰ ਆਤਮਾ ਦੱਸ ਦੇਗਾ। ਮਸਲਨ ਫਰਜ਼ ਕੀਤਾ ਕੋਈ ਬੰਦਾ ਆ ਜਾਂਦਾ ਹੈ, ਰੱਬ ਦਾ ਬੰਦਾ ਬਣ ਕੇ, ਹੈ ਉਹ ਸ਼ੈਤਾਨ ਹੈ, ਉਹ ਗੱਲਾਂ ਵੀ ਚੰਗੀਆਂ ਕਰਦਾ ਹੈ, ਯਿਸੂ ਦਾ ਵੀ ਨਾਂ ਲੈ ਰਿਹਾ, ਸਾਰਾ ਕੁਝ ਕਰ ਰਿਹਾ ਹੈ, ਲੇਕਿਨ ਇਹ ਗਿਫਟ ਦੱਸ ਦੇਗਾ ਨਹੀਂ, ਇਹਨੇ ਭੇਸ ਬਦਲਿਆ ਦਾ। ਔਰ ਪਾਕ ਰੂਹ ਤੋਂ ਬਗੈਰ ਇਹ ਗਿਫਟ ਆਪਰੇਟ ਨਹੀਂ ਹੁੰਦਾ। ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਪਾਕ ਰੂਹ ਹਰ ਵਿਸ਼ਵਾਸੀ ਦੇ ਅੰਦਰ ਹੈ, ਅੰਦਰੋਂ ਉਹਨੂੰ ਇੱਕ ਫੀਲਿੰਗ ਆਉਂਦੀ ਹੈ, ਛੋਟੀ ਜਿਹੀ ਗੱਲ ਹੈ, ਠੀਕ ਹੈ, ਉਹ ਫਿਰ ਬਿਆਨ ਤੇ ਨਹੀਂ ਕੀਤੀ ਜਾ ਸਕਦੀ। ਉਹ ਉਦੋਂ ਇਹ ਗਿਫਟ ਦੱਸ ਦਿੰਦਾ ਹੈ। ਤੁਹਾਡੇ ਮਤਲਬ ਹੈ ਕਿ ਤੁਹਾਡੇ ਅੰਦਰ ਨਾ ਬੇਚੈਨੀ ਜੀ ਆ ਜਾਣੀ ਹੈ, ਯਾਰ ਉੱਠਾਂ ਮੈਂ ਜਾਵਾਂ। ਸੋ ਕੁਝ ਸਿੰਪਟਮਸ ਐਸੇ ਆਉਣਗੇ ਜਿਹਦੀ ਵਜ੍ਹਾ ਨਾਲ ਤੁਸੀਂ ਜਿਹੜਾ ਹੈ ਉਸ ਨੂੰ ਜਾਂ ਤੇ ਜਾਨ ਛੁਡਾਓਗੇ, ਪਰੇ ਕਰੋ, ਇਹ ਮਤਲਬ ਤਸੱਲੀ ਨਹੀਂ ਹੋਏਗੀ। ਅੱਛਾ ਜੀ, ਚਲੋ ਠੀਕ ਹੈ। ਇਹ ਤਾਂ ਚਲੋ ਹੋ ਗਈਆਂ ਹੈ ਨਾ ਗੱਲਾਂ ਵੀ ਕੋਈ ਨਵਾਂ ਬੰਦਾ ਆਇਆ। ਮੈਂ ਤੁਹਾਨੂੰ ਹੋਰ ਥੋੜ੍ਹਾ ਜਿਹਾ ਹੋਰ ਪ੍ਰੈਕਟੀਕਲ ਲੈਵਲ 'ਤੇ ਪੁੱਛਦੇ ਹਾਂ ਜੀ। ਜੀ ਠੀਕ ਹੈ। ਸਪੋਜ਼ ਹੁਣ ਚਰਚ ਦੇ ਵਿੱਚ ਬੋਰਡ ਮੀਟਿੰਗ ਹੋ ਰਹੀ ਆ। ਅੱਛਾ ਜੀ, ਹਾਂਜੀ ਠੀਕ ਹੈ। ਤੇ ਉੱਥੇ ਕੋਈ ਫੈਸਲਾ ਲੈਣਾ ਆ। ਕੁਛ ਮੈਂਬਰ ਬੋਰਡ ਦੇ ਡੀਕਨਸ ਕਹਿੰਦੇ ਆ ਇਸ ਤਰ੍ਹਾਂ ਕਰਨਾ ਆ, ਕੁਛ ਮੈਂਬਰ ਕਹਿੰਦੇ ਆ ਇਸ ਤਰ੍ਹਾਂ ਕਰਨਾ ਆ। ਹਾਂਜੀ, ਸਾਰਿਆਂ ਦੀ ਫੇਥ ਸਟੇਟਮੈਂਟ ਵੀ ਇੱਕੋ ਹੀ ਚਰਚ ਦੇ ਮੈਂਬਰ ਆ। ਠੀਕ ਹੈ, ਉਹ ਤਾਂ ਤੁਸੀਂ ਕਹਿੰਦੇ ਕੋਈ ਨਵਾਂ ਆ ਗਿਆ। ਤੇ ਜਿਹੜੀ ਆਪਣਾ ਹੋਰ ਜ਼ਿਆਦਾ ਪ੍ਰੈਕਟੀਕਲ ਲੈਵਲ ਤੇ ਆਪਣੀ ਜਿਹੜੀ, ਤੇ ਉੱਥੇ ਫਿਰ ਹੁਣ ਇੱਕ ਗੱਲ ਰੱਬ ਵੱਲੋਂ ਆ, ਇੱਕ ਗੱਲ ਰੱਬ ਵੱਲੋਂ ਨਹੀਂ ਹੋ ਸਕਦਾ, ਦੋਨੇ ਰੱਬ ਵੱਲੋਂ ਨਾ ਹੋਣ। ਠੀਕ ਹੈ, ਹਾਂਜੀ, ਵਾਹ ਵਾਹ ਵਾਹ। ਤੇ ਫਿਰ ਉੱਥੇ ਫਿਰ ਕਿਸ ਤਰ੍ਹਾਂ ਹੋਏਗਾ ਜੀ? ਉੱਥੇ ਫਿਰ ਕਿਸ ਤਰ੍ਹਾਂ ਆਪਾਂ ਮਤਲਬ ਅਸੀਂ ਕਿਸ ਤਰ੍ਹਾਂ ਜਾਣ ਸਕਦੇ ਹੈਗੇ? ਸਾਨੂੰ ਵਿਸ਼ਵਾਸੀਆਂ ਨੂੰ ਕੀ ਕਰਨਾ ਚਾਹੀਦਾ ਹੈਗਾ ਤਾਂ ਕਿ ਇਹ ਮਤਲਬ ਕਿ ਅਸੀਂ ਡਿਸਰਨ ਕਰ ਸਕੀਏ, ਅਸੀਂ ਪਰਮੇਸ਼ਰ ਦੀਆਂ ਇਹ ਗੱਲਾਂ ਨੂੰ, ਹੋਰ ਭੇਦਾਂ ਨੂੰ ਹੋਰ ਉੱਥੇ ਤੱਕ ਪਹੁੰਚ ਸਕੀਏ। ਹਾਂਜੀ, ਹੁਣ ਇਹਦੇ ਲਈ ਇਹ ਗਿਫਟ ਦੋ ਹੋਰ ਨੇ। ਓਕੇ ਜੀ, ਇਹ ਚੂੰਕਿ ਇਸੇ ਲਈ ਇਹ ਸੈੱਟ ਬਣਾਇਆ ਗਿਆ। ਹੁਣ ਇੱਕ ਅਗਰ ਚਾਹੋ ਤੇ ਥੋੜਾ ਜਿਹਾ ਅਗਲੇ ਇਸੇ ਦੇ ਗਿਫਟ ਵਿੱਚ ਇਹਨੂੰ ਕਹਿੰਦੇ ਨੇ ਵਰਡ ਆਫ ਨੌਲੇਜ। ਵਰਡ ਆਫ ਨੌਲੇਜ ਦਾ ਮਤਲਬ ਇਹ ਹੋ ਗਿਆ ਗਿਆਨ ਭਰਿਆ ਉਪਦੇਸ਼। ਇਹਦੇ ਵਿੱਚ ਇਹ ਵੀ ਇੱਕ ਗਿਫਟ ਪਹਿਲੇ ਤਾਂ ਪਛਾਣ ਲਿਆ, ਚਲੋ ਜੀ ਸਾਰੇ ਬਲੀਵਰਸ। ਹੁਣ ਇਹ ਗਿਫਟ ਜਿਹੜਾ ਹੈ ਮਜ਼ੀਦ ਕਲੀਅਰ ਇਹ ਕਰੇਗਾ ਕਿ ਇਹਦੇ ਅੰਦਰ ਕੀ ਹੈ, ਹੁਣ ਇਹ ਕੀ ਹੈਗਾ, ਇਹ ਪਾਸਟ ਤੇ ਪ੍ਰੈਜ਼ੈਂਟ ਦੇ ਬਾਰੇ ਦੱਸੇਗਾ ਕਿ ਇਹ ਕੀ ਹੈ ਨਾ। ਯਾਨੀ ਇਹਨੂੰ ਤੁਸੀਂ ਕਹਿ ਲਓ ਕਿ
ਇਹ ਵੀ ਹੋਲੀ ਸਪਿਰਿਟ ਵੱਲੋਂ ਇੱਕ ਐਸੀ ਅਬਿਲਿਟੀ ਹੈਗੀ ਹੈ ਜਿਹਦੇ ਵਿੱਚ ਇਹ ਬਿਆਨ ਕਰਦਾ ਹੈ ਕਿ ਪਾਸਟ ਤੇ ਪ੍ਰੈਜ਼ੈਂਟ ਦੇ ਬਾਰੇ 'ਚ ਕੁਝ ਦੱਸਦਾ ਹੈ। ਠੀਕ ਹੈ, ਯਾਨੀ ਕਿ ਇਹਨੂੰ ਕਹਿ ਲਓ ਕਿ ਇਹ ਇੱਕ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਟਿਊਨ ਨਹੀਂ ਗਾ, ਜਾਂ ਇਹ ਪਰਸਨਲ ਬਾਜ਼ ਔਕਾਤ ਇਹ ਲੋਕਾਂ ਸਾਹਮਣੇ ਵੀ ਪ੍ਰਾਈਵੇਟਲੀ ਇਸ ਗਿਫਟ ਨੂੰ ਆਪਰੇਟ ਕੀਤਾ ਜਾਂਦਾ ਹੈ। ਠੀਕ ਹੈ, ਕਿ ਇਹ ਤੇਰਾ ਪਾਸਟ ਤੇਰਾ ਪ੍ਰੈਜ਼ੈਂਟ ਦੇ ਵਿੱਚ, ਮਿਸਾਲ ਦੇ ਤੌਰ ਤੇ ਸਿੱਧੀ ਜੀ ਆ ਜਾਈਏ ਉਹਦੇ ਤੇ ਕਿ ਇਹ ਇੱਕਦਮ ਡਿਸਰਨ ਹੋ ਜਾਏਗਾ ਕਿ ਇਹ ਆਤਮਾ ਨਾਲ ਟਿਊਨ ਹੈਗੇ ਨੇ ਕਿ ਨਹੀਂ ਨੇ। ਠੀਕ ਹੈ, ਉਹ ਜਿਹੜਾ ਸ਼ਮਾਉਨ ਜਾਦੂਗਰ ਹੈ ਉਹ ਵੀ ਕ੍ਰਿਸਚਨ ਹੋ ਗਿਆ ਸਾਰਾ, ਲੇਕਿਨ ਉਹਦਾ ਆਪਣਾ ਇੱਕ ਲਾਲਚ ਚੱਲ ਰਹੀ ਹੈ, ਆਪਣੀ ਇੱਕ ਦਿਲ ਦੀ ਖਾਹਿਸ਼ ਕਿ ਇਹ ਗੁਰ ਮੈਨੂੰ ਵੀ ਮਿਲ ਜਾਏ, ਮੈਂ ਵੀ ਲੋਕਾਂ ਦੇ ਹੱਥ ਰੱਖਾਂ। ਸੋ ਮਤਲਬ ਇਹ ਕਹਿੰਦਾ ਹੈ ਕਿ ਇਹ ਤੇ ਫੌਰਨ ਹੀ ਮੇਰਾ ਖਿਆਲ ਹੈ ਕਿ ਇਹ ਪਤਾ ਲੱਗ ਸਕਦਾ ਹੈਗਾ ਅੰਦਰੋਂ ਨਹੀਂ ਯਾਰ ਇਹ ਪਰਮੇਸ਼ਵਰ ਵੱਲੋਂ ਨਹੀਂ ਹੈ। ਨਹੀਂ ਜੀ, ਮੈਂ ਹਾਂਜੀ ਚਲੋ ਬਿਲਕੁਲ ਠੀਕ ਆ, ਤੁਸੀਂ ਕਹਿੰਦੇ ਹੈਗੇ ਆ, ਪਰ ਹਰ ਜਗ੍ਹਾ ਹਰ ਮਸੀਹੀ ਦੇ ਲਈ, ਹਰ ਈਵਨ ਪਾਸਟਰ ਤੱਕ ਦੇ ਲਈ ਕਈ ਵਾਰੀ ਗਲਤ ਫੈਸਲੇ ਲੈ ਹੋ ਜਾਂਦੇ ਆ ਜੀ, ਤੇ ਉਹ ਸਾਰੀਆਂ ਪ੍ਰੇਰਨਾ ਦੁਆਵਾਂ ਕਰਦੇ ਹੈਗੇ ਆ। ਇਹ ਸਾਰਾ ਕੁਝ ਠੀਕ ਹੈ, ਡਿਸਰਨਿੰਗ ਸਪਿਰਿਟ ਗਿਫਟ ਹਰ ਇੱਕ ਨੂੰ ਚਾਹੀਦਾ, ਬੁਲੰਗਣਾ ਮੰਗਣਾ ਚਾਹੀਦਾ, ਬਹੁਤ ਜ਼ਰੂਰੀ ਹੈਗਾ। ਤੇ ਇਨਸਾਨ ਕੀ ਕਰੇ ਤਾਂ ਕਿ ਅਸੀਂ ਉਸ ਲੈਵਲ ਤੱਕ ਪਹੁੰਚ ਸਕੇ, ਤਾਂ ਕਿ ਅਸੀਂ ਰੂਹਾਂ ਦੀ ਪਛਾਣ ਕਰ ਸਕੀਏ। ਠੀਕ ਹੈ, ਇਹਦੇ ਵਿੱਚ ਕਈ ਵਾਰੀ ਜੀ ਪਤਾ ਨਹੀਂ, ਮੈਂ ਬਾਹਰ ਤਾਂ ਨਹੀਂ ਜਾ ਰਿਹਾ, ਨਹੀਂ ਕੋਈ ਗੱਲ ਨਹੀਂ, ਇਹਦੇ ਵਿੱਚ ਡਿਸਰਨਿੰਗ ਦੇ ਵਿੱਚ ਆਪਣੀ ਕਈ ਵਾਰੀ ਪਤਾ ਨਹੀਂ ਤੁਸੀਂ ਕਿਸੇ ਹੋਰ ਸਟੱਡੀ ਟੌਪਿਕ ਦੇ ਵਿੱਚ ਕਰਨਾ ਹੋਊਗਾ, ਨਹੀਂ ਵਿੱਚ ਇਮੋਸ਼ਨਲ ਚੀਜ਼ਾਂ ਵੀ ਆ ਸਕਦੀਆਂ ਹੈਗੀਆਂ, ਤੇ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਇੱਥੇ ਪਤਾ ਨਹੀਂ ਤੁਸੀਂ ਫਿੱਟ ਕਰੋਗੇ ਜਾਂ ਕਿਤੇ ਹੋਰ ਫਿੱਟ ਕਰਨਾ ਹੈਗਾ, ਤੇ ਬੰਦਾ ਉਹ ਦੇਖ ਕੇ ਕਿਸ ਤਰ੍ਹਾਂ ਉਹ ਡਿਸਰਨ ਕਰੂਗਾ। ਡਿਸਰਨਿੰਗ ਸਪਿਰਿਟ ਦੀ ਬਹੁਤ ਅੱਜ ਆਪਣੇ ਚਰਚ ਬਹੁਤ ਜ਼ਰੂਰਤ ਹੈਗਾ। ਅਸੀਂ ਕਿਸ ਤਰ੍ਹਾਂ ਇਸ ਗਿਫਟ ਨੂੰ ਆਪਰੇਟ ਕਰੀਏ, ਕਿਸ ਤਰ੍ਹਾਂ ਉਸ ਲੈਵਲ ਤੱਕ ਅਸੀਂ ਪਹੁੰਚੀਏ। ਬਸ ਇਹ ਤੇ ਪਵਿੱਤਰ ਆਤਮਾ ਨਾਲ ਟਿਊਨ ਹੀ ਹੋਣਾ ਪੈਣਾ ਹੈ, ਲੇਕਿਨ ਇਹ ਇੱਕ ਬੜਾ ਤੁਸੀਂ ਚਲੋ ਇਹਦੇ ਵਿੱਚ ਅਸੀਂ ਇਹ ਦੇਖ ਲਈਏ ਰਾਜੇ ਜਿਹੜੇ ਨੇ ਨਾ, ਹਾਲੇਲੂਇਆ, ਇਹ ਜਿਹੜਾ ਇਤਿਹਾਸ ਦੇ ਵਿੱਚ ਆ ਜੋ ਕੁਝ ਹਵਾਲੇ ਨੇ ਯਾਰ, ਇਹ ਬੜਾ ਜ਼ਬਰਦਸਤ ਤੁਸੀਂ ਸਵਾਲ ਕੀਤਾ ਹੈ। ਬਾਜ਼ ਔਕਾਤ ਇਹ ਸੌਰੀ ਤੁਸੀਂ ਕੁਝ ਹੋਰ ਕਹਿਣਾ ਹੋਊਗਾ, ਮੈਂ ਨਹੀਂ ਬਹੁਤ ਅੱਛਾ। ਸੋ ਇਹ ਡਿਸਰਨ ਕਰਨਾ ਬੜਾ ਜ਼ਰੂਰੀ ਹੈ, ਔਰ ਇਹਦੇ ਵਿੱਚ ਅਸੀਂ ਕਿਉਂਕਿ ਅੱਜ ਦੇ ਚਰਚ ਦੇ ਲਈ ਇਹ ਬਹੁਤ ਜ਼ਰੂਰੀ ਹੈ, ਹਾਂਜੀ, ਤਾਂ ਕਿ ਕੋਈ ਵਿੱਚ ਚਰਚ ਦੇ ਵਿੱਚ ਕੋਈ ਮਿਲਾਵਟ ਨਾ ਆਵੇ, ਕੋਈ ਡਿਸੀਜਨ ਦੇ ਵਿੱਚ, ਡਿਸੀਜਨ ਮੇਕਿੰਗ ਦੇ ਵਿੱਚ। ਇਸ ਲਈ ਉਹ ਇਹੋ ਜਿਹੇ ਜਿਹੜੀ ਚੀਜ਼ਾਂ ਨੇ ਨਾ, ਉਹਦੇ ਲਈ ਦੁਆ ਰੋਜ਼ਾ ਕਰਕੇ ਤੇ ਪਾਕ ਰੂਹ ਦੀ ਅਗਵਾਈ 'ਚ ਸਾਰੇ ਚੱਲਣ। ਹੁਣ ਦੇਖੋ ਇੱਕ ਕੇਸ ਇਹ ਵੀ ਹੈ ਨਾ, ਅਗਰ ਤੁਸੀਂ ਇੱਕ ਹਵਾਲਾ ਪੜ੍ਹ ਦਿਓ ਪਹਿਲੇ ਰਾਜੇ ਉਹਦੀ 22 ਦੀ 19 ਤੋਂ 23 ਲਿਖ ਲਓ, ਪਹਿਲੀ ਸਲਾਤੀਨ 22 ਦੀ 19 ਤੋਂ 23 ਤੇ ਦੂਸਰਾ ਤਵਾਰੀਖ ਜਾਂ ਦੂਸਰਾ ਹਵਾਲਾ ਵੀ ਲਿਖ ਲਓ, ਇਹ ਚੀਜ਼ ਹੈ। ਦੂਸਰਾ ਕ੍ਰੋਨਿਕਲਸ ਇਤਿਹਾਸ 18 ਦੀ 18 ਤੋਂ 22। ਅੱਛਾ, ਹੁਣ ਦੇਖੋ ਇਹ ਇੱਕ ਹੋਰ ਕੇਸ ਹੈ ਜਿਹਦੇ ਵਿੱਚ ਖੁਦਾ ਵੀ ਅਲਾਉ ਕਰ ਰਿਹਾ, ਨਹੀਂ ਮਤਲਬ ਇਹ ਦੇਖੋ ਨਾ, ਹੁਣ ਨਬੀ ਹੈ, ਉਹਨੂੰ ਨਹੀਂ ਪਤਾ ਲੱਗ ਰਿਹਾ। ਅੱਛਾ, ਇਹ ਪੜ੍ਹ ਦਿਓ, ਇਹ ਪਹਿਲਾ ਰਾਜੇ, ਠੀਕ ਹੈ। ਸੋ ਇਸ ਲਈ ਇਹ ਬੜਾ ਸੈਂਸਿਟਿਵ ਹੈ। ਇਹ ਹਕੀਕਤ ਹੈ ਕਿ ਇਹ ਤੇ ਦੁਆ ਤੋਂ ਬਗੈਰ ਜਾਂ ਪਾਕ ਰੂਹ ਦੀ ਅਗਵਾਈ ਤੋਂ ਬਗੈਰ ਬੜਾ ਮੁਸ਼ਕਿਲ ਹੈ। ਹੁਣ ਇੱਥੇ ਪੜ੍ਹ ਦਿਓ, ਇਹ ਖੁਦਾ ਲਾਓ ਕਰ ਰਿਹਾ ਹੈ, ਹੁਣ ਇਹਦੇ ਮੁਤਲਕ ਤੁਸੀਂ ਕੀ ਕਹੋਗੇ? ਚਲੋ ਇਹ ਪੜ੍ਹ ਦਿਓ।
ਹਾਲੇਲੂਇਆ। ਤੇ ਆਪਾਂ ਪੜ੍ਹਦੇ ਹਾਂ ਜੀ, ਪਹਿਲਾ ਰਾਜੇ ਫਸਟ ਕਿੰਗਸ 19 ਦੀ 19 ਦੀ ਸੌਰੀ ਹਾਂ 22 ਦੀ 19 ਤੋਂ ਲੈ, ਹਾਂਜੀ ਹੁਣ ਇਹ ਨਬੀ ਇਹ ਸਮਝਣ ਡਿਆ ਹੈ ਕਿ ਇਹ ਰੱਬ ਵੱਲੋਂ ਹੈ। ਹਾਂ 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 ਹੈ ਹਾਂਜੀ ਤੇ ਡੀਮਨ ਇੱਕ ਜਿਹਨੂੰ ਰੱਬ ਨੇ ਇਜਾਜ਼ਤ ਦਿੱਤੀ ਹੈ ਜਾ ਉਹਦੇ ਮੂੰਹ 'ਚ ਝੂਠ ਬੋਲਣ ਵਾਲੀ ਆਤਮਾ। ਹੁਣ ਇਹ ਵਾਸਟ ਸਬਜੈਕਟ ਹੈ, ਬੜਾ ਗਹਿਰਾ। ਚਲੋ ਇਹ ਪੜ੍ਹ ਦਿਓ ਹੁਣ। ਦੇਖੋ ਜੀ ਇੱਥੇ ਵੀ ਇੱਕ ਕੇਸ ਹੈ ਨਾ। ਹਾਂਜੀ। ਸੋ ਫਸਟ ਕਿੰਗਸ ਪਹਿਲੇ ਰਾਜੇ 22 ਦੀ 19 ਤੋਂ 23 ਜੀ। ਇਹਦੇ 'ਚ ਲਿਖਿਆ ਹੈਗਾ, ਉਹਨੇ ਫਿਰ ਆਖਿਆ, ਇਸ ਲਈ ਤੁਸੀਂ ਯਹੋਵਾ ਦਾ ਵਚਨ ਸੁਣੋ। ਮੈਂ ਯਹੋਵਾ ਨੂੰ ਆਪਣੇ ਸਿੰਘਾਸਨ ਉੱਤੇ ਬੈਠਿਆ ਡਿੱਠਾ ਅਤੇ ਸਵਰਗ ਦੇ ਸਾਰੀ ਸੈਨਾ ਉਹਦੇ ਸੱਜੇ ਤੇ ਖੱਬੇ ਖਲੋਤੀ ਸੀ। ਅੱਛਾ, ਖੱਬੇ ਜਿਹੜੀ ਹੈ ਸਿਆਣਾ ਉਹ ਜਿਹੜੀ ਸ਼ੈਤਾਨੀ ਹੈ, ਸੱਜੇ ਹੱਥ ਤੇ ਜਿਹੜੇ ਉਹਦੇ ਹੋਲੀ ਐਂਜਲਸ ਨੇ। ਇਹ ਇੱਕ ਪਾਸੇ ਬਦਰੂਆਂ ਡੇਗੇ ਗਏ ਫਰਿਸ਼ਤੇ, ਇੱਕ ਪਾਸੇ ਪਵਿੱਤਰ ਦੂਤ ਸਿਆਣਾ, ਯਾਨੀ ਜਿਹੜੀ ਲਸ਼ਕਰ ਹੈ ਹਾਂਜੀ ਆਸਮਾਨੀ। ਤਾਂ ਯਹੋਵਾ ਨੇ ਆਖਿਆ, ਕੌਣ ਅਹਾਬ ਨੂੰ ਭਰਮਾਏਗਾ ਜੋ ਉਹਨੂੰ ਚੜ੍ਹ ਕੇ ਰਾਮੋਥ ਗਿਲਿਆਦ ਕੋਲ ਡਿੱਗ ਮਰੇ। ਹਾਂਜੀ। ਅੱਛਾ, ਤਾਂ ਰੱਬ ਕਹਿ ਰਿਹਾ, ਡਿਸਕਸ਼ਨ ਹੋ ਰਹੀ ਹੈ ਕਿ ਕੌਣ ਜਾਏਗਾ ਉਹਨੂੰ ਭਰਮਾਉਣ ਲਈ, ਯਾਨੀ ਉਹਨੂੰ ਭਟਕਾਉਣ ਲਈ। ਦੇਖੋ ਇਸ ਲਈ ਅੱਗੇ ਹਾਂਜੀ, ਤਾਂ ਇੱਕ ਇਸ ਤਰ੍ਹਾਂ ਬੋਲਿਆ ਅਤੇ ਇੱਕ ਉਸ ਤਰ੍ਹਾਂ ਬੋਲਿਆ। ਹਾਂ, ਆਪੋ ਆਪਣੇ ਵਿਚਾਰ ਕੋਈ ਇਸ ਤਰ੍ਹਾਂ ਕੋਈ ਦੱਸਣਾ। ਤਾਂ ਇੱਕ ਆਤਮਾ ਨਿਕਲ ਕੇ ਯਹੋਵਾ ਦੇ ਅੱਗੇ ਆ ਖਲੋਤਾ। ਡੀਮਨ। ਹਾਂਜੀ। ਅਤੇ ਆਖਿਆ, ਮੈਂ ਉਸ ਨੂੰ ਭਰਮਾਵਾਂਗਾ। ਤਾਂ ਯਹੋਵਾ ਨੇ ਪੁੱਛਿਆ, ਕਿਸ ਤਰ੍ਹਾਂ? ਤਾਂ ਉਹ ਆਖਿਆ, ਮੈਂ ਜਾ ਕੇ ਇੱਕ ਝੂਠਾ ਆਤਮਾ ਉਹਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਪਾਵਾਂਗਾ, ਮੂੰਹ ਵਿੱਚ ਬਣਾਵਾਂਗਾ। ਤਾਂ ਉਹਨੇ ਆਖਿਆ, ਤੂੰ ਉਸ ਨੂੰ ਭਰਮਾ ਲਏਗਾ ਅਤੇ ਜਿੱਤੇਗਾ, ਜਾ ਅਤੇ ਇਉਂ ਕਰ। ਹਾਂਜੀ, ਇਹ ਵੀ ਇੱਕ ਕੇਸ ਆ ਗਿਆ। ਹਾਂ, ਕਿਉਂਕਿ ਉਹ ਪਾਪ ਵਿੱਚ ਡਿੱਗੇ ਹੋਏ ਸੀਗੇ ਉਹਨਾਂ ਨੂੰ। ਹਾਂਜੀ, ਉਹ ਰੱਬ ਨੇ ਉਹ ਫਿਰ ਆਪਣੀ ਜਿਹੜੀ ਪ੍ਰੋਟੈਕਸ਼ਨ ਜਾਂ ਉਹ ਖੋਲ ਲਈ, ਉਹਨਾਂ ਨੂੰ ਛੱਡ ਦਿੱਤਾ। ਉਹਨਾਂ ਨੂੰ ਛੱਡ ਦਿੱਤਾ, ਜਿਸ ਤਰ੍ਹਾਂ ਕਿ ਸਾਊਲ ਉੱਤੇ ਉਹਨੇ ਅਲਾਉ ਕੀਤਾ ਕਿ ਭੈੜੀ ਆਤਮਾ ਚਲੀ ਜਾਏ। ਅੱਛਾ, ਹੁਣ ਦੇਖੋ ਗੱਲ ਇਹ ਹੈ, ਇਹ ਪਵਿੱਤਰ ਆਤਮਾ ਦੇ ਬਗੈਰ ਜਾਂ ਉਹਦੇ 'ਚ ਮੈਚਿਓਰਿਟੀ ਤੋਂ ਬਗੈਰ, ਅਬਰਾਨੀਓ 5 ਦੀ 13 ਤੇ 14 ਜਿਹੜੀ ਤੁਸੀਂ ਪੜ੍ਹੀ ਹੈ, ਇਹ ਬੜਾ ਮੁਸ਼ਕਲ ਹੋ ਜਾਂਦਾ ਹੈ। ਠੀਕ ਹੈ। ਹਾਂ, ਇਹ ਇਸ ਲਈ ਫੈਸਲੇ ਜਿਹੜੇ ਨੇ ਉਹ ਬਾਸਕਤ ਗਲਤ ਵੀ ਹੋ ਜਾਂਦੇ ਨੇ। ਹਾਂ, ਠੀਕ ਹੈ। ਜਿਹੜੇ ਪਾਕ ਰੂਹ ਦੀ ਰਹਿਨਮਾਈ 'ਚ ਨਹੀਂ, ਇਸ ਲਈ ਟਿਊਨ ਹੋ ਕੇ ਜਾਣਾ ਪੈਂਦਾ ਹੈ। ਸੋ ਇਹ ਹੀ ਇਹਦੇ ਲਈ ਸ਼ਾਰਟ ਜਵਾਬ ਇਹ ਹੀ ਹੈ ਕਿ ਖੁਦਾ ਦੀ ਹਜ਼ੂਰੀ 'ਚ ਰੱਖੋ, ਉਹਦੇ ਕੋਲ ਮਦਦ ਮੰਗੋ, ਤੇ ਫਿਰ ਉਹ ਕੋਈ ਐਸੇ ਸਿਸਟਮ ਬਣਾ ਦਿੰਦਾ ਹੈ ਕਿ ਜਿੱਥੇ ਇਹੋ ਜਿਹੀ ਬੋਰਡ ਮੀਟਿੰਗ ਹੁੰਦੀ ਹੈ ਤੇ ਲੋਕਾਂ ਦੇ ਜਿਹੜੇ ਆਪਣੇ ਵਿਚਾਰ ਨੇ ਜਾਂ ਸ਼ੈਤਾਨੀ ਵਿਚਾਰ, ਉਹ ਐਸੇ ਅਨੋਇੰਟਿੰਗ ਦੇ ਵਿੱਚ ਉਹਨਾਂ ਦੇ ਜ਼ਿਹਨਾਂ 'ਚੋਂ ਨਿਕਲ ਜਾਂਦੇ ਨੇ। ਕੁਝ ਇਹੋ ਜਿਹਾ ਸੁਪਰ ਨੈਚੁਰਲ ਕੰਮ ਹੈ, ਇੰਝ ਦੀ ਗੱਲ ਹੋ ਸਕਦੀ ਹੈ। ਹਾਂਜੀ, ਤੇ ਵਰਨਾ ਇਹ ਦੇਖ ਲਓ, ਇੱਕ ਇਹ ਵੀ ਹੈ ਕਿ ਖੁਦਾ ਵੀ ਅਲਾਉ ਕਰਦਾ ਹੈ ਇਹਨਾਂ ਚੀਜ਼ਾਂ ਨੂੰ। ਹਾਂਜੀ, ਜਦੋਂ ਫਿਰ ਜੀ ਇਨਸਾਨ ਪਾਪ ਵਿੱਚ ਡਿੱਗਣ ਦਾ ਆਪਣਾ ਮੂੰਹ ਮੋੜ ਲੈਂਦਾ ਹੈ ਤੇ ਆਪਣੀ ਉਹ ਪ੍ਰੋਟੈਕਸ਼ਨ ਹਟ ਜਾਂਦੀ ਹੈ, ਤੇ ਫਿਰ ਸ਼ੈਤਾਨ ਤਾਂ ਉਹਨੂੰ ਮੌਕਾ ਮਿਲਦਾ ਹੈ। ਹਾਂਜੀ ਹਾਂਜੀ। ਤੇ ਮਤਲਬ ਆਪਾਂ ਨੂੰ ਇਹ ਚਾਹੀਦਾ ਹੈ, ਕਿਉਂਕਿ ਇਹ ਬਹੁਤ ਜ਼ਰੂਰੀ ਹੈਗਾ, ਬਹੁਤ ਜ਼ਰੂਰੀ ਹੈ, ਔਰ ਅੱਜ ਕੱਲ੍ਹ ਕੀ ਹਰ ਵੇਲੇ ਜ਼ਰੂਰੀ ਹੈ। ਸੋ ਇਹਦਾ ਅਸਰ ਸਿਰਫ ਡਿਸੀਜਨ, ਕੋਈ ਫੈਸਲੇ ਲੈਣ ਦੇ ਉੱਪਰ ਹੀ ਨਹੀਂ, ਸਾਡੀ ਡਾਕਟਰਿਨ 'ਤੇ ਵੀ। ਤੇ ਨੁਕਸਾਨ ਇਹਦੇ ਕੀ ਨੁਕਸਾਨ ਫਿਰ ਅੱਗੇ ਕਿਸ ਤਰ੍ਹਾਂ ਮਤਲਬ ਕਿ ਇਹ ਕੰਮ ਹੁੰਦੇ ਹੈਗੇ ਆ, ਬੜਾ ਮਤਲਬ ਉਹ ਵੀ ਹੈ ਨਾ ਜੀ। ਇਹ ਚੂੰਕਿ ਪਵਿੱਤਰ ਆਤਮਾ ਇਸੇ ਲਈ ਦਿੱਤਾ ਗਿਆ ਹੈ ਕਿ ਉਹ ਅਸੀਂ ਉਹਨੂੰ ਅਲਾਉ ਕਰੀਏ ਕਿ ਸਾਨੂੰ ਉਹ ਰਾਹ ਜਿਹੜੀ ਪਰਮੇਸ਼ਵਰ ਦੀ ਹੈਗੀ ਹੈ ਉਹਦੇ 'ਤੇ ਚਲਾਏ। ਤੇ ਜਿੰਨੀ ਦੇਰ ਤੱਕ ਅਸੀਂ ਉਹਨੂੰ ਅਲਾਉ ਨਹੀਂ ਕਰਦੇ, ਗੱਲ ਬਣਦੀ ਨਹੀਂ। ਸੋ ਇਨਸਾਨੀ ਜ਼ਿਹਨ ਨਾਲ ਵੀ ਫੈਸਲੇ ਹੁੰਦੇ ਨੇ, ਸ਼ੈਤਾਨੀ ਵੀ ਫੈਸਲੇ ਹੋ ਜਾਂਦੇ ਨੇ, ਔਰ ਖੁਦਾ ਦੇ ਵੱਲੋਂ ਵੀ ਹੁੰਦੇ ਨੇ। ਚੋਇਸ ਇਨਸਾਨ ਨੂੰ ਦਿੱਤੀ ਹੈ। ਹੁਣ ਜੇ ਤੇ
ਕੋਈ ਗਰੁੱਪ ਹੈ, ਅਗਰ ਉਹ ਪਾਕ ਰੂਹ ਨਾਲ ਭਰੇ ਨਹੀਂ ਗੇ, ਉੱਥੇ ਬਹੁਤ ਚਾਂਸਸ ਨੇ ਕਿ ਦੁਨਿਆਵੀ ਔਰ ਇਨਸਾਨੀ ਫੈਸਲੇ ਹੋਣ। ਪਾਕ ਰੂਹ ਨਾਲ ਭਰਨਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਬੋਰਡ, ਡੀਕਨਸ ਜਾਂ ਜਿਹਦੀ ਵੀ ਗੱਲ ਕਰ ਰਹੇ ਹੋ, ਕੋਈ ਵੀ ਹੈ, ਅਸੀਂ ਕਿਸੇ ਚੜ੍ਹਦੀ ਨਹੀਂ, ਲੇਕਿਨ ਟਿਮੋਥੀ ਦੇ ਵਿੱਚ ਇੱਕ ਕ੍ਰਾਈਟੇਰੀਆ ਦੱਸਿਆ ਗਿਆ ਹੈ ਕਿ ਰੂਹ ਨਾਲ ਭਰੇ ਬੰਦੇ ਚੁਣੋ। ਕਾਹਦੇ ਲਈ ਚੁਣੋ? ਇਸ ਲਈ ਕਿ ਸਾਰੇ ਪਵਿੱਤਰ ਆਤਮਾ ਨਾਲ ਟਿਊਨ ਹੋ ਜਾਣ। ਤੇ ਜੇ ਕੋਈ ਹੈ ਤੇ ਬਲੀਵਰ ਹੀ ਹੈ, ਉਹ ਟਿਊਨ ਨਹੀਂ ਗਾ, ਬੈਪਟਿਜ਼ਮ ਆਫ ਹੋਲੀ ਸਪਿਰਿਟ ਨਹੀਂ ਗਾ, ਤੇ ਉਹ ਫਿਰ ਅਲੱਗ-ਅਲੱਗ ਵਿਚਾਰ ਹੋਣਗੇ। ਸੋ ਪਹਿਲੀ ਚੀਜ਼ ਚਰਚ ਨੂੰ ਚਾਹੀਦੀ ਹੈ ਕਿ ਉਹ ਕ੍ਰਾਈਟੇਰੀਆ ਜਿਹੜਾ ਬਾਈਬਲ ਦਾ ਹੈ ਉਹਨੂੰ ਤੇ ਦੇਖਣ ਕਿ ਇਹ ਜਿਹੜੇ ਜਾਂ ਚਰਚ ਨੂੰ ਕਿ ਬਈ ਉਹਨਾਂ ਲੋਕਾਂ ਨੂੰ ਲਿਆਓ ਜਿਹੜੇ ਪਾਕ ਰੂਹ ਨਾਲ ਭਰੇ ਨੇ ਤੇ ਨਾਲੇ ਉਹਦੇ ਤਾਬੇਦਾਰੀ ਚੱਲਦੇ ਨੇ ਪੂਰੀ, ਉਹਦੇ ਵਿੱਚ ਉਹ ਇੱਕ ਦੱਸਿਆ ਹੈ, ਤੇ ਫਿਰ ਤੇ ਠੀਕ ਹੈ। ਅਦਰਵਾਈਜ਼ ਤੇ ਪੋਸੀਬਿਲਿਟੀ ਹੈਗੀ ਹੈ ਬਿਲਕੁਲ। ਫਿਰ ਕੱਲਾ ਫਿਰ ਇਹ ਨਹੀਂ, ਉਹ ਸਾਡੀ ਜਿਹੜੀ ਇਨਸਾਨੀ ਸ਼ੈਤਾਨ ਵੀ ਕਿਸ ਤਰ੍ਹਾਂ ਉਹ ਜੀ ਹੁੰਦਾ ਸੋਚ, ਉਹ ਏਜੰਡਾ ਲੈ ਕੇ ਜਿਹੜੀ ਸਾਡੀ ਇਨਸਾਨੀ ਸੋਚ, ਇਨਸਾਨੀ ਕਮਜ਼ੋਰੀ ਆ, ਤੇ ਉਸ ਦੇ ਉੱਪਰ ਹਾਵੀ ਹੋ ਕੇ ਤਾਂ ਫਿਰ ਉਹ ਕੋਸ਼ਿਸ਼ ਕਰਦਾ ਆ ਗਲਤ ਫੈਸਲੇ, ਗਲਤ ਡਿਸੀਜਨ। ਹਾਂਜੀ, ਜੇ ਤੇ ਬਲੀਵਰ ਨੇ ਤੇ ਯਕੂਬ ਦੇ ਖੱਤ 'ਚ ਉਹਦਾ ਚੈਪਟਰ 1 ਉਹਦੀ 3 ਆਇਤ ਤੋਂ ਗਾਂ ਥੋੜ੍ਹਾ ਜਿਹਾ ਪੜ੍ਹ ਦਿਓ। ਇਸ ਲਈ ਸਾਰਿਆਂ ਨੂੰ ਇਹ ਬੁੱਧੀ ਦੀ ਲੋੜ ਪੈਂਦੀ ਹੈ, ਠੀਕ ਹੈ। ਇਸੇ ਲਈ ਪੈਂਦੀ ਹੈ ਕਿ ਉਹ ਜਿਹਦੇ ਕੋਲ ਨਹੀਂ ਹੈ ਖੁਦਾਵੰਦ ਕੋਲ ਮੰਗੇ, ਉਹ ਉਹਨੂੰ ਮਤਲਬ ਹੈ ਕਿ ਦਿੰਦਾ ਹੈ। ਪੰਜਵੀਂ ਆਇਤ 'ਚ, ਠੀਕ ਹੈ। ਹਾਂ, ਸੋ ਇਸ ਲਈ ਇਹ ਵਿਜ਼ਡਮ ਜਿਹੜੀ ਹੈ ਇਹ ਪੜ੍ਹਾਈ ਲਿਖਾਈ ਨਾਲ ਨਹੀਂ ਆਉਂਦੀ, ਇਹ ਗਿਫਟ ਹੈ, ਵਰਡ ਆਫ ਵਿਜ਼ਡਮ। ਇਹ ਅੱਗੇ ਅਸੀਂ ਕਰਾਂਗੇ, ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਇਕੱਠੀਆਂ ਇਸ ਲਈ ਗਰੁੱਪ ਵਿੱਚ ਨੇ ਕਿ ਇਹ ਮਿਲ ਕੇ ਕੰਮ ਕਰਦੀਆਂ ਨੇ। ਮਤਲਬ ਆਤਮਾਵਾਂ ਦੇ ਭੇਤ, ਵਰਡ ਆਫ ਨੌਲੇਜ ਦੇ ਵਿੱਚ ਪਾਸਟ ਤੇ ਪ੍ਰੈਜ਼ੈਂਟ ਦੇ ਬਾਰੇ ਵਿੱਚ ਕਿਸੇ ਤੇ ਦੱਸ ਰਿਹਾ ਯਾਰ ਇਹ ਬੰਦੇ ਦਾ ਇਹ ਪਾਸਟ ਸੀ, ਪ੍ਰੈਜ਼ੈਂਟ ਸੀ, ਲੇਕਿਨ ਇਹ ਪ੍ਰਾਈਵੇਟਲੀ ਵੀ, ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਯਹੋਨਾ 4 ਦੇ ਵਿੱਚ 16 ਤੋਂ 18 'ਚ ਸਾਮਰੀ ਔਰਤ ਨਾਲ ਨਹੀਂ, ਪ੍ਰਾਈਵੇਟਲੀ ਉਹਨਾਂ ਗੱਲ ਕੀਤੀ ਹੈ, ਚੇਲੇ ਚਲੇ ਗਏ ਸਨ। ਸੋ ਇਹ ਬਾਜ਼ ਦਫਾ ਇਹ ਗਿਫਟ ਪ੍ਰਾਈਵੇਟਲੀ ਵੀ ਅਗਰ ਕਿਸੇ ਦੇ ਬਾਰੇ 'ਚ ਖੁਦਾ ਨੇ ਦੱਸਿਆ ਤੁਹਾਨੂੰ ਤੇ ਲੋਕਾਂ ਸਾਹਮਣੇ ਨਹੀਂ, ਅਲੱਗ ਕਰਕੇ ਉਹਨੂੰ ਦੱਸਣਾ ਹੈ ਨਾ। ਤੇ ਵਰਡ ਆਫ ਵਿਜ਼ਡਮ ਜਿਹੜਾ ਹੈ ਉਹ ਕਹਿ ਲਓ ਕਿ ਬੁੱਧੀ ਨਾਲ ਬੋਲਣ ਦੀ ਦਾਤ ਤੇ ਗਿਆਨ ਭਰਿਆ ਉਪਦੇਸ਼ਕ ਜਾਂ ਵਰਡ ਆਫ ਨੌਲੇਜ, ਵਰਡ ਆਫ ਵਿਜ਼ਡਮ ਇਕੱਠੇ ਆਪਰੇਟ ਹੁੰਦੇ ਨੇ। ਇਹਦੇ ਵਿੱਚ ਰੱਬ ਦੱਸਦਾ ਆ ਇਹਦਾ ਪਾਸਟ ਤੇ ਇਹ ਪ੍ਰੈਜ਼ੈਂਟ ਹੀ, ਹੁਣ ਕੀ ਸੋਚਣ ਡਿਆ, ਕੀ ਕਰ, ਤੇ ਫਿਊਚਰ ਦੀ ਥੋੜ੍ਹੀ ਜਿਹੀ ਗੱਲ ਇਹਦੇ ਵਿੱਚ ਦੱਸੀ ਜਾਂਦੀ ਹੈ, ਲੇਕਿਨ ਇਹ ਬਾਅਦ ਵਿੱਚ ਕਰਾਂਗੇ। ਸੋ ਮੇਰਾ ਮਤਲਬ ਹੈ ਕਿ ਇਸ ਲਈ ਇਹ ਤਿੰਨੇ ਗਿਫਟ ਇਹਨਾਂ ਦਾ ਆਪਸ ਵਿੱਚ ਤਾਲੁਕ ਹੈ, ਲੇਕਿਨ ਇਹ ਬਹੁਤ ਜ਼ਰੂਰਤ ਹੈ ਕਿ ਜਿਹੜੀ ਐਗਜ਼ਾਮਪਲ ਤੁਸੀਂ ਦੱਸੀ ਹੈ, ਅਗਰ ਪਾਕ ਰੂਹ ਨਾਲ ਸਾਰੇ ਲੋਕ ਨਹੀਂ, ਜਿਨ੍ਹਾਂ ਨੂੰ ਬੈਪਟਿਜ਼ਮ ਆਫ ਹੋਲੀ ਸਪਿਰਿਟ ਨਹੀਂ ਹੈ, ਤੇ ਬਹੁਤ ਚਾਂਸਸ ਨੇ ਕਿ ਇਨਸਾਨੀ ਸੋਚ ਨਾਲ, ਇਨਸਾਨੀ ਵਿਜ਼ਡਮ ਨਾਲ ਫੈਸਲੇ ਹੋਣ। ਔਰ ਫਿਰ ਸ਼ੈਤਾਨ ਸਾਡੀ, ਜਿੱਦਾਂ ਮੈਂ ਪਹਿਲਾਂ ਵੀ ਦੱਸਿਆ, ਸਾਡੀ ਜਿਹੜੀ ਇਨਸਾਨੀ ਕਮਜ਼ੋਰੀ ਹੈਗੀ ਆ ਉਹਦਾ ਫਾਇਦਾ ਉਠਾ ਕੇ ਉਹ ਤੇ ਉਸ ਨੂੰ ਫਿਰ ਉਹ ਤਿਆਰ ਰਹਿੰਦਾ ਹੈ, ਉਹ ਤਿਆਰ ਰਹਿੰਦਾ ਹੈ, ਜਿੱਥੇ ਵੀ ਗੈਪ ਬਣੇਗਾ ਉਹਨੇ ਕੰਮ ਕਰ ਲੈਣਾ। ਸੋ ਇਸ ਲਈ ਇਹ ਕਈ ਚੀਜ਼ਾਂ ਨੇ। ਦੇਖੋ ਚੇਲਿਆਂ ਦੇ ਕਰਤੱਵ 5 ਪਾਰਟ ਵਿੱਚ ਕੀ ਸੀ? ਹਨਨੀਆ ਸਫੀਰਾ ਸਨ, ਇੱਕ ਮੀਆਂ ਬੀਵੀ ਬਲੀਵਰ ਸਨ, ਪਾਕ ਰੂਹ ਨਾਲ ਭਰੇ ਦੇ ਸਨ, ਤੇ ਉਹਨਾਂ ਨੇ ਲੈਂਡ ਇੱਕ ਵੇਚ ਦਿੱਤੀ, ਤੇ ਉਹ ਸ਼ੈਤਾਨ ਨੇ ਪਾ ਦਿੱਤਾ ਹੋਣਾ ਹੁਣ ਕਿ ਤੁਸੀਂ ਝੂਠ ਬੋਲ ਦਿਓ। ਉਹ ਜਦੋਂ ਪਤਰਸ ਕੋਲ ਆਏ ਤੇ ਪਤਰਸ ਨੇ 2 ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ, ਉਹ ਗੱਲ ਸੁਣੋ, ਤੁਸੀਂ ਪਰਮੇਸ਼ਵਰ ਨਾਲ ਤੇ ਪਵਿੱਤਰ ਆਤਮਾ ਨਾਲ ਝੂਠ ਬੋਲਿਆ, ਉਹਨਾਂ ਨੂੰ ਸਜ਼ਾ ਮਿਲ ਗਈ। ਸੋ ਜਿੱਥੇ ਆਪਣਾ ਜ਼ਿਹਨ
ਚੂੰਕਿ ਮਟੀਰੀਅਲ ਇਹ ਸਾਰਾ ਦਿੰਦਾ ਹੈ, ਸ਼ੈਤਾਨ ਸੁੱਟਦਾ ਹੈ, ਹੂੰ ਉਹ ਸਾਡਾ ਜ਼ਿਹਨ ਨਹੀਂ ਪੜ੍ਹ ਸਕਦਾ। ਲੇਕਿਨ ਜਦੋਂ ਉਹਨੂੰ ਕੋਈ ਲੈ, ਹਾਂ ਯਾਰ ਅਸੀਂ ਕਹਿ ਦਾਂਗੇ ਬਸ ਇੰਨੇ ਦੀ ਵਿੱਚ ਹੀ ਝੂਠ ਬੋਲ ਦਿੱਤਾ, ਹੂੰ 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 ਤੇ ਉਹ ਉਹਨਾਂ ਦੀ ਜੱਜਮੈਂਟ ਹੋ ਗਈ। ਹੂੰ ਠੀਕ ਹੈ। ਸੋ ਇਸ ਲਈ ਉਹ ਬਿਲੀਵਰ ਸਨ, ਲੇਕਿਨ ਹਰ ਵੇਲੇ ਇਸ ਤਰ੍ਹਾਂ ਦੇ ਬੜੇ ਕੇਸ ਨੇ। ਸੋ ਕੀ ਕਿਹਾ ਜਾ ਸਕਦਾ, ਤੁਸੀਂ ਵੀ ਕੋਈ ਬਿਆਨ ਕਰੋ। ਬਸ ਟਿਊਨ ਰਹਿਣਾ ਬੜਾ ਜ਼ਰੂਰੀ, ਟਿਊਨ ਰਹਿਣਾ ਬਹੁਤ ਜ਼ਰੂਰੀ ਹੈਗਾ। ਇਹ ਵਾਲ ਪਰ ਫਰਕ ਹੁੰਦਾ ਜੀ। ਹਾਂ ਹਾਂਜੀ, ਨਹੀਂ ਤਾਂ ਫਿਰ ਉਹਦਾ ਅਸਰ ਬਹੁਤ ਮਤਲਬ ਸੋ ਕਿ ਕਰਨਾ ਕੀ ਨੁਕਸਾਨ ਚਾਹੀਦਾ ਹੈ। ਹੈ? ਹਾਂ ਕਰਨਾ ਚਾਹੀਦਾ ਹੈ ਜਿੱਥੇ ਕੋਈ ਚਰਚ ਦੇ ਫੈਸਲੇ ਨੇ, ਕੁਛ ਨੇ ਜਿਹੜੇ ਲੋਕ ਨੇ, ਨੰਬਰ 1 ਤੇ ਸਿਲੈਕਸ਼ਨ ਹੀ ਉਹਨਾਂ ਦੀ ਹੋਵੇ ਜਿਹੜੇ ਪਾਕ ਰੂਹ ਨਾਲ ਭਰੇ ਨੇ। ਨੰਬਰ 2 ਫਿਰ ਜੇ ਭਰੇ ਵੀ ਨੇ, ਹੂੰ ਭਰੇ ਤੇ ਵੀ ਸਨ ਅਨਨੀਆ ਸਫੀਰਾ, ਲੇਕਿਨ ਉਹ ਮੀਟਿੰਗ ਦੇ ਵਿੱਚ ਚੂੰਕਿ ਕਲੀਸਿਆ ਦੇ ਫੈਸਲੇ ਨੇ, ਉਹਦੇ ਵਿੱਚ ਉਹ ਹੋ ਸਕੇ ਰੋਜ਼ਾ ਰੱਖਣ, ਟਿਊਨ ਹੋ ਕੇ ਜਾਣ ਔਰ ਅਧੀਨ ਹੋ ਜਾਣ, ਪਰਮੇਸ਼ਵਰ ਸਾਡੀ ਨਹੀਂ ਤੇਰੀ ਮਰਜ਼ੀ ਪੂਰੀ ਹੋਏ। ਹੂੰ ਫਿਰ ਉੱਥੇ ਖੁਦਾ ਦੀ ਹਜ਼ੂਰੀ ਹੁੰਦੀ ਹੈ ਔਰ ਉਹ ਫੈਸਲੇ ਠੀਕ ਹੁੰਦੇ ਨੇ। ਹੂੰ ਠੀਕ ਹੈ, ਬਹੁਤ ਜ਼ਰੂਰੀ ਹੈ। ਅਦਰਵਾਈਜ਼ ਨਹੀਂ। ਹੂੰ ਠੀਕ ਹੈ। ਔਰ ਇਹਦੀ ਮਿਸਾਲ ਚੇਲਿਆਂ ਦੇ ਕਰਤੱਵ 13 ਦੇ ਵਿੱਚ, ਜਦੋਂ ਪਵਿੱਤਰ ਆਤਮਾ ਨੇ ਪਾਲੂਸ ਤੇ ਬਰਨਾਬਾਸ ਨੂੰ ਇੱਕ ਖਿਦਮਤ ਲਈ ਘੱਲਣਾ ਸੀ, ਤੇ ਉੱਥੇ ਸਾਰੇ 5-fold ਮਿਨਿਸਟਰੀ ਉੱਥੇ ਸੀ, ਹੂੰ ਲੇਕਿਨ ਸਾਰੇ ਦੁਆ ਕਰ ਰਹੇ ਸਨ, ਰੋਜ਼ਾ ਰੱਖ ਰਹੇ ਸਨ। ਇਹ ਪੜ੍ਹਦੇ ਤੇ ਫਿਰ ਪਵਿੱਤਰ ਆਤਮਾ ਨੇ ਕਿਹਾ ਹੁਣ ਇਹਨਾਂ ਨੂੰ ਘੱਲੋ ਤੇ ਅਨਾਇੰਟ ਕਰੋ ਤੇ ਘੱਲ ਦਿਓ, ਹੂੰ ਜਿਸ ਕੰਮ ਲਈ ਮੈਂ ਇਹਨਾਂ ਨੂੰ ਬੁਲਾਇਆ। ਹਾਂ ਇਹ ਚਰਚ ਦਾ ਕੰਮ ਪਰਮੇਸ਼ਵਰ ਦਾ ਕੰਮ ਹੈ, ਹਾਂ ਪ੍ਰਭੂ ਯਿਸੂ ਪਵਿੱਤਰ ਆਤਮਾ ਦਾ। ਹੂੰ ਤੇ ਲੇਕਿਨ ਉਹਦੇ ਪਿੱਛੇ ਰਾਜ਼ ਕੀ ਹੈ? ਦੁਆ ਰੋਜ਼ਾ। ਦੁਆ ਦੇਖੋ ਇਹ ਕਰਨਾ ਪੜ੍ਹੋ, ਔਰ ਪਹਿਲੀ 4 ਆਇਤਾਂ ਪੜ੍ਹ ਦਿਓ। ਪਵਿੱਤਰ ਆਤਮਾ ਦੇ ਨਾਲ ਟਿਊਨ ਹੋਣਾ, ਉਹ ਤੇ ਫਿਰ ਉਹ ਫੈਸਲਾ ਜਿਹੜਾ ਹੋਏਗਾ ਪਰਮੇਸ਼ਰ, ਉਹਦੇ ਵਿੱਚ ਕੋਈ ਨਹੀਂ ਸ਼ੱਕ ਤਾਂ ਡਾਊਟ ਨਹੀਂ। ਸਰ ਜੀ, ਉਹਦੇ ਲਈ ਉਹਨਾਂ ਕੁਝ ਕੀਤਾ ਹਾਂ ਤਾਂ ਪਵਿੱਤਰ ਆਤਮਾ ਆਇਆ ਨਾ। ਬਿਲਕੁਲ। ਉਹਨੇ ਕਿਹਾ ਹਾਂ ਹੁਣ ਕਰੋ। ਜਦੋਂ ਉਹ ਲੈਵਲ ਵਿਸ਼ਵਾਸੀਆਂ ਦਾ ਖੁਦਾ ਨੂੰ ਪਸੰਦ ਆ ਜਾਂਦਾ ਹੈ, ਇਹ ਪੜ੍ਹ ਦਿਓ। ਹੂੰ ਮਤਲਬ ਇਸ ਤਰ੍ਹਾਂ ਬਹੁਤ ਐਗਜ਼ਾਮਪਲਸ ਅਸੀਂ ਦੇ ਸਕਦੇ ਹਾਂ। ਹਾਂ, ਤੇ ਇਹਦੇ ਵਿੱਚ ਹੈਗਾ ਜੀ ਚੇਲਿਆਂ ਦੇ ਕਰਤੱਵ ਅਮਾਲ ਤੇ ਬੁੱਕ ਆਫ ਐਕਟਸ। ਹਾਂਜੀ ਜੀ 13 ਦੀ ਪਹਿਲੀਆਂ 3 ਆਇਤਾਂ। ਹਾਂਜੀ 4 ਕਰ ਦਿਓ। 4 ਕਰਦੀ ਚਾਰ ਚੌਥੀ ਇਸ ਵਿੱਚ ਲਿਖਿਆ ਅੰਤਿਆਕ ਦੀ ਕਲੀਸਿਆ ਵਿੱਚ, ਅੰਤਾਕੀਆ ਸ਼ਾਮ, ਜਿਹੜਾ ਸੀਰੀਆ ਦੇ ਵਿੱਚ। ਅੱਛਾ ਜੀ, ਅੰਤਾਕੀਆ ਦੀ ਕਲੀਸਿਆ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ, ਅਰਥਾਤ ਬਰਨਾਬਾਸ ਅਤੇ ਸ਼ਿਮੌਨ ਜੋ ਨੀਗਰ ਕਹਾਉਂਦਾ ਹੈ, ਅਤੇ ਲੁਕਿਉਸ ਕੁਰੇਨੇ ਦਾ ਇੱਕ ਮਨੁੱਖ, ਅਤੇ ਮਨੀਏਲ ਜਿਹੜਾ, ਇਹ ਸਾਰੇ ਮਤਲਬ ਨਬੀਆਂ ਦੇ ਨਾਂ ਲਿਖੇ ਹੋਏ, ਜਿਹੜਾ ਰਾਜਾ ਹੈਰੋਦਸ ਦੇ ਨਾਲ ਪਾਲਿਆ ਸੀ, ਅਤੇ ਪੌਲੁਸ। ਠੀਕ ਹੈ। ਹਾਂਜੀ, ਜਾਂ ਇਹ ਪ੍ਰਭੂ ਦੀ ਉਪਾਸਨਾ ਕਰਦੇ ਅਤੇ ਵਰਤ ਰੱਖਦੇ ਸਨ। ਇਹ ਉਪਾਸਨਾ ਕਰਦੇ ਤੇ ਵਰਤ ਰੱਖਦੇ ਹੁੰਦੇ ਸਨ, ਹਾਂਜੀ ਰੱਖਦੇ ਸੀਗੇ, ਰੈਗੂਲਰਲੀ ਕਰਦੇ ਰਹਿੰਦੇ ਸੀਗੇ। ਤਾਂ ਪਵਿੱਤਰ ਆਤਮਾ ਨੇ ਕਿਹਾ ਕਿ ਮੇਰੇ ਲਈ ਬਰਨਾਬਾਸ ਅਤੇ ਪੌਲੁਸ ਨੂੰ ਉਸ ਕੰਮ ਦੇ ਲਈ ਵੱਖਰਾ ਕਰੋ ਜਿਹਦੇ ਲਈ ਮੈਂ ਉਹਨਾਂ ਨੂੰ ਬੁਲਾਇਆ ਹੈ। ਪਵਿੱਤਰ ਆਤਮਾ ਨੇ ਬੁਲਾਇਆ, ਲੇਕਿਨ ਉਹਨਾਂ ਕੋਈ ਅਸਾਈਨਮੈਂਟ ਕੀਤਾ। ਅੱਜ ਬੋਰਡ ਜਿਹੜਾ ਹੈ ਉਹ ਇਹ ਕੰਮ ਕਰਨ ਡਿਆ ਕਿ ਨਹੀਂ? ਦੇ ਆਰ ਟਿਊਨਡ ਔਰ ਨਾਟ? ਅੱਛਾ, ਅੱਗੇ ਚਲੋ। ਤਦ ਉਹਨਾਂ ਵਰਤ ਰੱਖ ਕੇ, ਉਸ ਤੋਂ ਪਹਿਲਾਂ ਉੱਪਰ ਲਿਖਿਆ ਉਹ ਵਰਤ ਰੱਖਦੇ ਪ੍ਰੇਅਰ ਕਰਦੇ ਸੀਗੇ, ਪਵਿੱਤਰ ਆਤਮਾ ਨੇ ਇੱਦਾਂ ਕਿਹਾ, ਤੇ ਉਸ ਤੋਂ ਬਾਅਦ ਉਹਨੇ ਫੇਰ ਵਰਤ ਰੱਖਿਆ। ਤਦ ਉਹਨਾਂ ਵਰਤ ਰੱਖ ਕੇ ਤੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਧਰੇ ਤੇ ਉਹਨਾਂ ਨੂੰ ਵਿਦਿਆ ਕੀਤਾ। ਹਾਂਜੀ, ਫਿਰ ਰਿਲੀਜ਼ ਕੀਤਾ। ਹਾਂਜੀ ਠੀਕ ਹੈ। ਹਾਂ, ਤੇ ਇਹਦਾ ਮਤਲਬ ਕੀ ਹੋ ਗਿਆ? ਮਤਲਬ ਇਹ ਹੋ ਗਿਆ ਕਿ ਜੇ ਇੱਕ ਫੈਸਲੇ ਤੇ ਆਣਾ ਤੇ ਸਾਰੇ ਪਾਕ ਰੂਹ ਨਾਲ, ਦੇਖੋ ਜੀ, ਪਾਕ ਰੂਹ ਨਾਲ ਭਰਨਾ, ਪਾਕ ਰੂਹ ਦਾ ਅੰਦਰ ਵਾਸ ਕਰਨਾ ਹੋਰ ਗੱਲ ਹੈ, ਪਾਕ ਰੂਹ ਦਾ ਬੈਪਟਿਜ਼ਮ ਹੋਰ ਗੱਲ ਹੈ, ਉਹ ਜ਼ਰੂਰੀ ਹੈ। ਫਿਰ ਖਾਲੀ ਉਹ ਹੀ ਲੈ ਕੇ ਨਹੀਂ, ਬਲਕਿ ਉਹਦੇ ਲਈ ਦੁਆ ਰੋਜ਼ੇ 'ਚ ਇਹੋ ਜਿਹੇ ਫੈਸਲਿਆਂ 'ਚ ਠਹਿਰੋਗੇ, ਫਿਰ ਪਵਿੱਤਰ ਆਤਮਾ ਗਾਈਡ ਕਰੇਗਾ ਸਾਰਿਆਂ ਨੂੰ। ਹਾਂ, ਅਗਰ ਹੁਣ ਆਹ ਤਾਂ ਸੀਗਾ ਪਰਮੇਸ਼ਰ ਦਾ ਪਲਾਨ ਕਿ ਪੌਲ ਤੇ ਬਰਨਾਬਾਸ, ਤੇ ਸਾਰੇ ਬਲੀਵਰਸ ਹੀ ਨੇ ਨਾ, ਪੌਲ ਤੇ ਬਰਨਾਬਾਸ ਨੂੰ ਭੇਜਣਾ। ਹਾਂਜੀ, ਤੇ ਅਗਰ ਇਹ ਟਿਊਨ ਨਾ ਹੁੰਦੇ, ਤੇ ਕਿਸੇ ਹੋਰ ਚੋਰ ਨੇ ਗੱਲ ਕਰਾ ਕੇ
ਹਾਂ ਕਿਸੇ ਪੌਲ ਤੇ ਬਰਨਾਬਾਸ ਨੂੰ ਇੱਧਰ ਦੀ ਬਜਾਏ ਉੱਧਰ ਭੇਜ ਦੇਣਾ ਸੀ, ਇਹੀ ਗੱਲ ਹੈ ਨਾ। ਤੇ ਜਾਂ ਉਹਨਾਂ ਨੂੰ ਤੋੜ ਕੇ ਪੌਲ ਨੂੰ ਕਿਸੇ ਹੋਰ ਦੇ ਨਾਲ ਇੱਧਰ ਭੇਜ ਦਿਓ ਤੇ ਬਰਨਾਬਾਸ ਨੂੰ ਕਿਸੇ ਹੋਰ ਦੇ ਨਾਲ ਉੱਧਰ ਭੇਜ ਦਿਓ। ਉਹਨੇ ਜਿਹੜਾ ਕੰਮ ਹੈਗਾ ਉਹਦੇ ਵਿੱਚ ਖਲਲ ਨੁਕਸਾਨ ਪਹੁੰਚਾਉਣਾ ਨਾ, ਇਹ ਉਸ ਸਮੇਂ ਅੱਜ ਦੀ ਜ਼ਰੂਰਤ ਹੈਗੀ ਆ। ਹਰ ਫੈਸਲੇ ਦੇ ਵਿੱਚ ਇਹ ਪ੍ਰੇਅਰ ਔਰ ਫਾਸਟਿੰਗ ਡਿਸਰਨਮੈਂਟ ਦੇ ਨਾਲ, ਸਮਝ ਦੇ ਨਾਲ, ਜਿਹੜੀ ਪਰਮੇਸ਼ਰ ਵੱਲੋਂ ਹੈਗੀ ਆ, ਪਵਿੱਤਰ ਆਤਮਾ ਵੱਲੋਂ ਹਾਂ, ਉਹ ਕੀਤੀ ਜਾਵੇ। ਹਾਂਜੀ, ਔਰ ਇਹਨਾਂ ਵਿੱਚ ਵੀ ਜਦੋਂ ਗੈਪ ਬਣਿਆ ਤੇ ਸ਼ੈਤਾਨ ਨੇ ਕੰਮ ਕੀਤਾ। ਹਾਂਜੀ, ਪਾਲੂਸ ਤੇ ਬਰਨਾਬਾਸ, ਇਹ ਮਰਕਸ ਜਿਹੜਾ ਹੈ ਨਾ, ਮਰਕਸ ਦੀ ਅੰਜੀਲ, ਇਹ ਉਹਨਾਂ ਦਾ ਕਜ਼ਨ ਸੀਗਾ, ਇਹ ਬਰਨਾਬਾਸ ਦਾ। ਅੱਛਾ, ਠੀਕ ਹੈ। ਇਹ ਫਸਟ ਮਿਸ਼ਨਰੀ ਟੂਰ ਤੇ ਗਏ ਤੇ ਇਹ ਜਿਹੜਾ ਸੀ ਨਾ ਮਰਕਸ, ਇਹ ਅੱਧੇ ਚੋਂ ਮੁੜ ਆਇਆ, ਹੋਮ ਸਿੱਖ ਹੋ ਗਿਆ। ਮੈਨੂੰ ਘਰ ਯਾਦ ਹੈ। ਦੂਜੀ ਵਾਰੀ ਬਰਨਾਬਾਸ ਨੇ ਚਾਹਿਆ, ਮੈਂ ਪਾਲੂਸ ਨੂੰ ਕਿਹਾ, ਉਹਨੇ ਕਿਹਾ ਇਹਨੂੰ ਨਹੀਂ ਖੜਨਾ, ਇਹ ਪਹਿਲੀ ਫੇਲ ਹੋ ਗਿਆ। ਤੇ ਫਿਰ ਇੰਨੀ ਆਪਸ ਵਿੱਚ ਇਹਨਾਂ ਦੀ ਹੋਈ ਕਿ ਬਰਨਾਬਾਸ ਅਲੱਗ ਹੋ ਗਿਆ, ਉਹਨੇ ਫਿਰ ਸਿਲਾਸ ਨੂੰ ਫੜ ਲਿਆ, ਲੇਕਿਨ ਫਿਰ ਇਕੱਠੇ ਹੋ ਗਏ। ਮਤਲਬ ਕੀ ਕਹਿਣ ਦਾ ਹੈ, ਇਹ ਤੇ ਗੈਪ ਬਣਦਾ ਹੀ ਹੈ ਥੋੜਾ ਜਿਹਾ। ਤੇ ਉਹ ਪਾਲੂਸ ਤੇ ਇਹਨਾਂ ਦੀ ਵੀ ਹੁੰਦੀ ਰਹੀ ਹੈ, ਪਤਰਸ ਦੀ, ਲੇਕਿਨ ਮਸੀਹੀ ਨੇ ਫਿਰ ਜੁੜ ਜਾਂਦੇ ਸਨ। ਹਾਂਜੀ, ਹਾਂਜੀ, ਉਹਨਾਂ ਦਾ ਮਕਸਦ ਇੱਕੋ ਹੀ ਹੁੰਦਾ, ਵਿਚਾਰ ਦੇ ਵਿੱਚ ਮਤਭੇਦ ਹੋ ਕੇ ਦੇਖਦੇ ਕੰਮ ਹੋ ਸਕਦੇ। ਸੋ ਲਿਹਾਜ਼ਾ ਪੋਸੀਬਿਲਿਟੀ ਹੁੰਦੀ ਹੈ ਕਿ ਜਦੋਂ ਵੀ ਕਮਜ਼ੋਰੀ ਬਣੇਗੀ ਸ਼ੈਤਾਨ ਨੇ ਫਾਇਦਾ ਚੁੱਕ ਜਾਣਾ। ਬਿਲਕੁਲ ਜੀ, ਬਿਲਕੁਲ। ਲੇਕਿਨ ਫਿਰ ਵੀ ਖੁਦਾ ਦਾ ਰੂਹ ਹੁੰਦਾ ਹੈ, ਫਿਰ ਉਹ ਮਿਲ ਕੇ ਉਹਨਾਂ ਕੰਮ ਕੀਤਾ। ਇਹ ਨਹੀਂ ਕਿ ਅੱਜ ਸਾਨੂੰ ਵੀ ਇਹੀ ਹੈ ਕਿ ਜੇ ਕਿਸੇ ਹੋਰ ਲੀਡਰਾਂ ਨਾਲ, ਕਿਸੇ ਹੋਰ ਪਾਸਟਰਾਂ ਨਾਲ ਨਹੀਂ ਬਣਦੀ ਵਕਤੀ ਤੌਰ 'ਤੇ, ਲੇਕਿਨ ਫਿਰ ਉਹ ਇਕੱਠੇ ਹੋ ਜਾਂਦੇ ਨੇ ਪਰਮੇਸ਼ਵਰ ਦੇ ਕੰਮ ਲਈ। ਹਾਂਜੀ, ਹੋਰ ਇੱਕ ਗੱਲ, ਜੇ ਅਗਰ ਜੀ ਕੋਈ ਇਹੋ ਜਿਹਾ ਹੈ, ਮਤਲਬ ਚਰਚ ਦੇ ਵਿੱਚ ਕੋਈ ਡਿਸੀਜਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਨਹੀਂ ਬਣ ਰਿਹਾ ਹੈਗਾ, ਤੇ ਕੁਛ ਲੋਕ ਇਸ ਪਾਸੇ ਨੂੰ, ਕੁਛ ਇਸ ਪਾਸੇ ਨੂੰ ਆ, ਉੱਥੇ ਚਾਹੀਦਾ ਮਤਲਬ ਕਿ ਬਹਿਸ ਜਾਂ ਹੋਰ ਕਰਨ ਦੀ ਲੋੜ ਨਹੀਂ। ਹਰ ਇੱਕ ਨੂੰ ਮਤਲਬ ਟੈਨਸ਼ਨ, ਗੁੱਸੇ ਦੀ ਇਹੋ ਨਹੀਂ, ਹਰ ਇੱਕ ਨੂੰ ਪ੍ਰੇਅਰ ਔਰ ਫਾਸਟਿੰਗ ਦੇ ਵਿੱਚ ਜਾ ਕੇ ਜੋ ਪਰਮੇਸ਼ਰ ਦੀ ਮਰਜ਼ੀ ਹੈਗੀ ਉਸ ਦੇ ਲਈ ਆਪਾਂ ਪਰਮੇਸ਼ਰ ਤੋਂ ਮੰਗਣਾ ਚਾਹੀਦਾ। ਆਹ ਦੇਖੋ, ਉਹਨਾਂ ਨੇ ਪਹਿਲਾਂ ਵੀ ਫਿਰ ਬਾਅਦ ਵਿੱਚ ਵੀ ਪ੍ਰੇਅਰ ਔਰ ਫਾਸਟਿੰਗ ਕਿੰਨੀ ਜ਼ਰੂਰੀ ਹੈ, ਪਰਮੇਸ਼ਰ ਦੇ ਨਾਲ ਜੁੜਨਾ, ਗੋਡੇ ਟੇਕਣਾ ਕਿੰਨੇ ਜ਼ਰੂਰੀ। ਇਸ ਲਈ ਕਿ ਜ਼ਬੂਰ 133, ਸਾਮਸ 133, ਕਿਆ ਹੀ ਚੰਗੀ ਗੱਲ ਹੈ ਕਿ ਜਦੋਂ ਭਾਈ ਮਿਲ ਕੇ, ਇਹ ਹੁੰਦਾ ਹੈ ਇੱਕ ਇਕੱਠ ਦਾ ਮਸਾ। ਇਹ ਉਦੋਂ ਹੁੰਦਾ ਹੈ ਜਦੋਂ ਸਾਰੇ ਟਿਊਨ ਹੋਣ। 133 ਜ਼ਬੂਰ, ਇਹ ਉਹਦੇ ਵਿੱਚ ਫਿਰ ਬਹੁਤ ਅੱਛੇ ਕੰਮ ਹੁੰਦੇ ਨੇ, ਉਹ ਇੱਕ ਨਿਸ਼ਾਨੀ ਹੈ। ਸੋ ਟਾਈਮ ਵੀ ਹੋ ਜਾ ਰਿਹਾ ਹੈ, ਬਹੁਤ ਵਾਸਟ ਸਬਜੈਕਟ ਹੈ, ਲੇਕਿਨ ਫਿਰ ਵੀ ਪਵਿੱਤਰ ਆਤਮਾ ਦੇ ਨਾਲ ਟਿਊਨ ਰਹਿਣਾ, ਔਰ ਜਿਹੜਾ ਸਾਡਾ ਅਸਾਈਨਮੈਂਟ ਉਹ ਤੇ ਕਰੀਏ, ਦੁਆ ਰੋਜ਼ਾ ਰੱਖ ਲਈਏ, ਜਿਸ ਤਰ੍ਹਾਂ ਅਸੀਂ ਐਗਜ਼ਾਮਪਲਸ ਹੀ ਨੇ, ਤੇ ਫਿਰ ਅਸੀਂ ਕਹਿ ਸਕਦੇ ਹਾਂ ਠੀਕ ਹੈ। ਲੇਕਿਨ ਫਿਰ ਵੀ ਵਿੱਚ ਗੈਪ ਜਿੱਥੇ ਬਣੇਗਾ ਉੱਥੇ ਸ਼ੈਤਾਨ ਕੰਮ ਕਰੇਗਾ। ਮਤਲਬ ਸ਼ੈਤਾਨ ਨੇ ਕੀ ਕਰਨਾ ਹੈ, ਅਸੀਂ ਆਪ ਮੌਕਾ ਉਹਨੂੰ ਦੇਣੇ ਆ। ਜਦੋਂ ਸਾਡੀ ਕਮਜ਼ੋਰੀ ਦੇ ਵਿੱਚ, ਕਮਜ਼ੋਰੀ ਤੋਂ ਫਾਇਦਾ ਚੁੱਕਦਾ, ਤਗੜੇ ਰਹਿਣਾ ਹਰ ਵੇਲੇ, ਮਦਦ ਆਤਮਾ ਨਾਲ ਭਰੇ ਰਹਿਣਾ। ਲੇਕਿਨ ਫਿਰ ਵੀ ਇਨਸਾਨ ਹੁੰਦਿਆਂ, ਖੁਦਾ ਦੇ ਬੰਦੇ ਹੁੰਦਿਆਂ ਬਹੁਤ ਕੁਝ ਹੋ ਜਾਂਦਾ ਹੈ, ਲੇਕਿਨ ਪਵਿੱਤਰ ਆਤਮਾ ਫਿਰ ਸੰਭਾਲ ਲੈਂਦਾ ਹੈ। ਹਾਲੇਲੂਇਆ, ਪ੍ਰੇਜ਼ ਦਾ ਲਾਰਡ। ਹਾਂਜੀ, ਆਪਾਂ ਇੱਥੇ ਹੁਣ ਫਿਨਿਸ਼ ਕਰਦੇ ਹਾਂ। ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ, ਜੋ ਵੀ ਗੱਲਬਾਤ ਕੀਤੀ, ਜੋ ਵੀ ਆਪ ਦੇ ਵਚਨ ਦੇ ਮੁਤਾਬਕ ਸਿੱਖਿਆ, ਉਹ ਸਾਡੀਆਂ ਜ਼ਿੰਦਗੀਆਂ 'ਚ ਅਸੀਂ ਉਸ ਦੇ ਮੁਤਾਬਕ ਚੱਲੀਏ, ਕੰਮ ਕਰੀਏ ਔਰ ਫੈਸਲੇ ਲਈਏ ਇਸ ਦੇ ਮੁਤਾਬਕ। ਪਰਮੇਸ਼ਰ ਪਿਤਾ, ਪਵਿੱਤਰ ਆਤਮਾ ਦੀ ਸੰਗਤੀ ਦੇ ਨਾਲ, ਪਰਮੇਸ਼ਰ ਪਿਤਾ, ਹਰ ਇੱਕ ਦੇ ਲਈ ਪਵਿੱਤਰ ਆਤਮਾ ਦੀ ਸੰਗਤੀ ਮੰਗਦੇ ਹਾਂ, ਹਰ ਇੱਕ ਦੇ ਲਈ ਪਰਮੇਸ਼ਰ ਪਿਤਾ। ਜੋ ਵੀ ਇਸ ਵਚਨ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ, ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ। ਔਰ ਇਸ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ ਤਾਂ ਕਿ ਸ਼ੈਤਾਨ ਇਸ ਦੇ ਵਿੱਚ ਕੋਈ ਹੇਰਾਫੇਰੀ ਨਾ ਕਰ ਸਕੇ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ, ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ, ਆਮੀਨ, ਪ੍ਰੇਜ਼ ਦਾ